ਸਭ ਤੋਂ ਵੱਡੀ ਜਿਹੜੀ ਰੁਕਾਵਟ ਹੈ, ਸਭ ਤੋਂ ਵੱਡੀ ਜਿਹੜੀ ਦੀਵਾਰ ਹੈ, ਇਹ ਹਉਮੈ ਦੀ ਹੀ ਦੀਵਾਰ ਹੈ। ਬਹੁਤ ਵੱਡਾ ਰੋਗ ਹੈ। ਖਾਲੀ ਦੇ ਖਾਲੀ ਚਲੇ ਜਾਂਦੇ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਤਨੀ ਗੱਲ ਆਖੀ ਤੇ ਸਾਲਸ ਰਾਏ ਦਾ ਜਿਹੜਾ ਨੌਕਰ ਸੀ ਉਹ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਡਿੱਗ ਪਿਆ। ਨੇਤਰ ਸਜਲ ਹੋ ਗਏ। ਇੱਥੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਪਾਠ ਕਰਦੀਆਂ, ਸਿਮਰਨ ਕਰਦੀਆਂ, ਕਥਾ ਸੁਣਦੀਆਂ ਤੇ ਜੇ ਕਿਧਰੇ ਨੇਤਰ ਸਜਲ ਹੋ ਜਾਣ ਤਾਂ ਸਮਝ ਲੈਣਾ ਨਾਮ ਦਾ ਬੀਜ ਬੀਜਿਆ ਗਿਆ ਹੈ। ਬੀਜਿਆ ਗਿਆ, ਹਿਰਦਾ ਕੋਮਲ ਹੋ ਗਿਆ। ਉਹ ਅੱਖਾਂ ਦੇ ਵਿੱਚ ਜਿਹੜੇ ਹੰਝੂ ਵਗੇ ਨੇ, ਇਹ ਹੰਝੂ ਬੇਕਾਰ ਨਹੀਂ ਜਾਂਦੇ। ਕਹਿੰਦੇ ਨੇ ਉਹ ਭੂਮੀ ਤਿਆਰ ਹੋਈ ਹੈ, ਉਹ ਧਰਤੀ ਤਿਆਰ ਹੋਈ ਹੈ। ਜਿਸ ਧਰਤੀ ਦੇ ਵਿੱਚ ਨਾਮ ਰੂਪੀ ਬੀਜ ਨੇ ਉਗਣਾ ਹੈ, ਧਰਤੀ ਤਿਆਰ ਹੋ ਗਈ ਹੈ, ਤਿਆਰ ਹੋ ਗਈ। ਕਿਉਂਕਿ ਕਈ ਵਾਰ ਮੈਂ ਅਰਜ਼ ਕਰਨਾ ਹਾਂ, ਧਨ ਵਾਸਤੇ ਮਨੁੱਖ ਨੂੰ ਰੋਂਦੇ ਦੇਖਿਆ, ਧਨ ਚਲਾ ਗਿਆ, ਰੋਂਦੇ ਦੇਖਿਆ। ਜਵਾਨ ਪਤਨੀ ਚਲੀ ਗਈ, ਮਨੁੱਖ ਨੂੰ ਰੋਂਦੇ ਦੇਖਿਆ। ਕਾਰੋਬਾਰ ਵਿੱਚ ਘਾਟਾ ਪੈ ਗਿਆ, ਮਨੁੱਖ ਨੂੰ ਰੋਂਦੇ ਦੇਖਿਆ, ਜਾਰੋਂ ਜਾਰ। ਪਰ ਕਿਸੇ ਮਨੁੱਖ ਨੂੰ ਇਸ ਕਰਕੇ ਰੋਂਦੇ ਨਹੀਂ ਦੇਖਿਆ ਕਿ ਅੱਜ ਨਿਤਨੇਮ ਨਹੀਂ ਹੋਇਆ ਹੈ, ਅੱਜ ਪਾਠ ਨਹੀਂ ਕੀਤਾ ਹੈ, ਇਸ ਕਰਕੇ ਰੋਂਦੇ ਨਹੀਂ ਦੇਖਿਆ। ਇਹ ਹਕੀਕਤ ਹੈ। ਅੱਜ ਮੈਂ ਗੁਰਦੁਆਰੇ ਨਹੀਂ ਗਿਆ, ਮੈਂ ਇਸ ਕਰਕੇ ਰੋਂਦੇ ਨਹੀਂ ਦੇਖਿਆ ਕਿਸੇ। ਮੈਂ ਆਪ ਜੀ ਨੂੰ ਅਮਰਕੰਟਕ ਦੀ ਇੱਕ ਗੱਲ ਵਿਚਕਾਰ ਮੈਨੂੰ ਯਾਦ ਆ ਗਈ, ਉਹ ਆਪ ਜੀ ਦੇ ਸਾਹਮਣੇ ਰੱਖਾਂ, ਫਿਰ ਮੂਲ ਪੰਕਤੀ ਤੇ ਆਨਾ ਇਸੇ ਟੌਪਿਕ ਤੇ। ਗੁਰਦੁਆਰੇ ਦੇ ਸਾਹਮਣੇ ਇੱਕ ਮੁਸਲਮਾਨ ਦਾ ਘਰ ਹੈ। ਇਹ ਅਮਰਕੰਟਕ ਦੀ ਗੱਲ ਹੈ। ਉੱਥੇ ਹੀ ਕਬੀਰ ਸਾਹਿਬ ਦੀ ਮੁਲਾਕਾਤ ਧਰਮਦਾਸ ਨਾਲ ਹੋਈ ਸੀ, ਸੇਠ ਧਰਮਦਾਸ। ਤੇ ਉਹ ਮੁਸਲਮਾਨ ਮੈਨੂੰ ਕਹਿੰਦਾ, ਗਿਆਨੀ ਜੀ ਜਰਾ ਬੈਠੋ, ਤੁਸੀਂ ਥੋੜ੍ਹੀ ਦੇਰ ਇੱਥੇ ਗੱਲਬਾਤ ਕਰਨੀ। ਕੋਈ ਬਖਸ਼ੀ ਹੋਈ ਰੂਹ ਸੀ। ਮੈਂ ਬੈਠ ਗਿਆ, ਕਿਉਂਕਿ ਜਿਨ੍ਹਾਂ ਨੂੰ ਸਮਝ ਆ ਜਾਂਦੀ ਹੈ ਫਿਰ ਉਹ ਕੀ ਕਹਿੰਦਾ ਹੈ ਕਿ ਕੁਰਾਨ ਵਿੱਚ ਬੋਲਣ ਵਾਲਾ ਵੀ ਉਹੀ ਹੈ, ਗੀਤਾ ਵਿੱਚ ਬੋਲਣ ਵਾਲਾ ਵੀ ਉਹੀ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਬੋਲਣ ਵਾਲਾ ਵੀ ਉਹੀ ਹੈ, ਧੰਮਪਦ ਵਿੱਚ ਬੋਲਣ ਵਾਲਾ ਵੀ ਉਹੀ ਹੈ। ਜਿਹਨੂੰ ਸਮਝ ਆ ਜਾਂਦੀ ਹੈ, ਝਗੜੇ ਖਤਮ ਹੋ ਜਾਂਦੇ ਨੇ। ਜਿਹਨੂੰ ਸਮਝ ਆ ਗਈ। ਜਿਹਨੂੰ ਸਮਝ ਨਹੀਂ ਆਈ ਉਹ ਫਿਰ ਆਪਣੇ ਆਪਣੇ ਗ੍ਰੰਥ ਨੂੰ ਲੈ ਕੇ ਝਗੜਾ ਹੀ ਕਰਦੇ ਰਹਿੰਦੇ ਨੇ। ਮੇਰਾ ਗ੍ਰੰਥ ਚੰਗਾ, ਉਹ ਕਹਿੰਦਾ ਮੇਰਾ ਗ੍ਰੰਥ ਚੰਗਾ, ਉਹ ਕਹਿੰਦਾ ਮੇਰਾ ਗ੍ਰੰਥ ਚੰਗਾ। ਕੌਣ ਦੱਸੇ? ਹਰ ਗ੍ਰੰਥ ਦੇ ਵਿੱਚ ਉਹੀ ਬੋਲ ਰਿਹਾ ਹੈ, ਉਹੀ ਬੋਲ ਰਿਹਾ ਹੈ। ਹਰ ਖਿੜਕੀ ਦੇ ਵਿੱਚ ਉਹੀ ਝਾਂਕ ਰਿਹਾ ਹੈ, ਹਰ ਦਰਵਾਜ਼ੇ ਤੋਂ ਉਹੀ ਝਾਂਕ ਰਿਹਾ ਹੈ, ਉਹੀ ਹੈ। ਉਸ ਨੂੰ ਕੋਈ ਅੱਲਾ ਕਹਿੰਦਾ ਹੈ, ਉਸ ਨੂੰ ਕੋਈ ਰਾਮ ਕਹਿੰਦਾ ਹੈ, ਉਸ ਨੂੰ ਕੋਈ ਵਾਹਿਗੁਰੂ ਕਹਿੰਦਾ ਹੈ, ਕੋਈ ਗੋਡ ਕਹਿੰਦਾ ਹੈ, ਕੋਈ ਕੁਛ ਕਹਿੰਦਾ ਹੈ, ਕੋਈ ਕੁਛ ਕਹਿੰਦਾ। ਉਹ ਮੁਸਲਮਾਨ ਮੈਨੂੰ ਕਹਿੰਦਾ, ਗਿਆਨੀ ਜੀ 2 ਮਿੰਟ ਬੈਠੋ। 2 ਮਿੰਟ ਜਦੋਂ ਮੈਂ ਬੈਠਾ, ਮੈਨੂੰ ਕਹਿਣ ਲੱਗੇ ਕਿ ਅੰਮ੍ਰਿਤ ਵੇਲੇ ਦਾ ਵਕਤ ਹੁੰਦਾ ਹੈ ਅਤੇ ਸਭ ਤੋਂ ਪਹਿਲਾਂ ਮੈਨੂੰ ਧੰਨ ਗੁਰੂ ਗ੍ਰੰਥ ਸਾਹਿਬ ਦੇ ਇਲਾਹੀ ਬੋਲ ਕਲਾਮ ਮੇਰੇ ਕੰਨਾਂ ਵਿੱਚ ਪੈਂਦਾ ਹੈ। ਹੁਕਮਨਾਮਾ ਜਿਸ ਨੂੰ ਅਸੀਂ ਕਹਿੰਦੇ ਹਾਂ। ਉਹ ਕਹਿੰਦਾ ਬਾਬਾ ਜੀ ਦਾ ਇਲਾਹੀ ਕਲਾਮ ਮੇਰੇ ਕੰਨਾਂ ਵਿੱਚ ਪੈਂਦਾ ਹੈ। ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੀ ਜਪ ਬਾਣੀ ਮੈਂ ਬੜੇ ਪਿਆਰ ਨਾਲ ਸੁਣਦਾ, ਬੜੇ ਪਿਆਰ ਨਾਲ। ਰੋਜ਼ ਦੀ ਰੂਟੀਨ ਹੈ, ਰੋਜ਼ ਦੀ ਰੂਟੀਨ। ਇਤਨੀ ਗੱਲ ਕਹਿ ਕੇ ਫਿਰ ਉਹ ਰੋ ਪਿਆ, ਉਹਦੇ ਨੇਤਰ ਸਜਲ ਹੋ ਗਏ। ਮੈਂ ਉਸ ਨੂੰ ਕਿਹਾ, ਬਾਬਾ ਜੀ ਦੱਸੋ ਕੀ ਕਹਿਣਾ ਚਾਹੁੰਦੇ ਹੋ, ਗੱਲ ਕੀ ਹੈ, ਗੱਲ ਦੱਸੋ। ਕਹਿਣ ਲੱਗੇ, ਗਿਆਨੀ ਜੀ ਅੱਜ ਮੈਂ ਨਾ ਹੁਕਮਨਾਮਾ ਸੁਣਿਆ, ਨਾ ਜਪਜੀ ਸਾਹਿਬ ਦਾ ਪਾਠ ਸੁਣਿਆ ਹੈ। ਇਹ ਕਹਿ ਕੇ ਫਿਰ ਰੋ ਪਿਆ। ਤੇਰੇ ਡੁੱਬ ਹਾਲੇ ਗੱਲਾਂ ਹੀ ਕਰਦੇ ਪਏ ਸੀ ਅਤੇ ਗ੍ਰੰਥੀ ਸਾਹਿਬ ਜੀ ਆ ਗਏ, ਕਿਉਂਕਿ ਸਾਹਮਣੇ ਹੀ ਉਹਦਾ ਨਿਵਾਸ ਸੀ। ਉਹ ਵੀ ਆ ਗਿਆ। ਉਹ ਕਹਿੰਦਾ, ਬਾਬਾ ਜੀ ਤੁਸੀਂ ਰੋਵੋ ਨਾ, ਮੈਂ ਤੁਹਾਨੂੰ ਜਪਜੀ ਸਾਹਿਬ ਹੁਣ ਸੁਣਾ ਦੇਣਾ, ਰੋਵੋ ਨਾ। ਅਤੇ ਉਹ ਆਪਣੀਆਂ ਅੱਖਾਂ ਪੂੰਝਦਾ ਹੋਇਆ ਕੀ ਕਹਿੰਦਾ ਹੈ, ਕਹਿੰਦਾ ਜਪਜੀ ਸਾਹਿਬ ਤਾਂ ਮੈਨੂੰ ਹੁਣ ਸੁਣਾ ਦੇਗਾ, ਪਰ ਅੰਮ੍ਰਿਤ ਵੇਲਾ ਕਿੱਥੋਂ ਲਿਆਏਗਾ ਜਿਹੜਾ ਨਿਕਲ ਗਿਆ ਹੈ, ਉਹ ਕਿੱਥੋਂ ਲਿਆਏਗਾ। ਜਪਜੀ ਤਾਂ ਮੈਨੂੰ ਸੁਣਾ ਦੇਗਾ, ਲੇਕਿਨ ਜਿਹੜਾ ਵਕਤ ਬੀਤ ਗਿਆ
ਉਹਨੂੰ ਕਿਸੇ ਵੀ ਕੀਮਤ 'ਤੇ ਵਾਪਸ ਨਹੀਂ ਲਿਆ ਸਕਦੇ, ਨਹੀਂ ਲਿਆ ਸਕਦੇ, ਨਹੀਂ ਲਿਆ ਸਕਦੇ। ਵਕਤ ਬੀਤ ਗਿਆ। ਮੈਂ ਅਰਜ਼ ਕਰ ਰਿਹਾ ਸੀ ਕਿ ਸਾਲਸ ਰਾਏ ਦਾ ਨੌਕਰ ਜਾਰੋ ਜਾਰ ਰੋਂਦਾ ਹੈ, ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਪੁਰਖਾ ਨਿਹਾਲ ਨਿਹਾਲ ਨਿਹਾਲ। ਹੁਣ ਸਾਹਮਣੇ ਮਾਲਕ ਬੈਠਾ ਹੋਵੇ ਤੇ ਨੌਕਰ ਗੁਰੂ ਸਾਹਿਬ ਤੋਂ ਇਲਾਹੀ ਦਾਤ ਲਈ ਜਾ ਰਿਹਾ ਹੋਵੇ, ਤੇ ਫਿਰ ਮਾਲਕ ਨੂੰ ਵੀ ਥੋੜ੍ਹਾ ਜਿਹਾ ਹੁੰਦਾ ਹੈ। ਤਾਂ ਮਾਲਕ ਕੀ ਕਹਿੰਦਾ ਹੈ, ਸਾਲਸ ਰਾਏ ਪਾਤਸ਼ਾਹ ਜੀ, ਜਿਵੇਂ ਮੇਰੇ ਨੌਕਰ 'ਤੇ ਰਹਿਮਤ ਕੀਤੀ ਹੈ, ਮੇਰੇ 'ਤੇ ਵੀ ਰਹਿਮਤ ਕਰ ਦਿਓ ਇਸੇ ਤਰ੍ਹਾਂ ਮੇਰੇ 'ਤੇ। ਕਹਿੰਦੇ ਨੇ ਕਿ ਇੱਕੋ ਇੱਕ ਘਰ ਹੈ ਗੁਰੂ ਨਾਨਕ ਸਾਹਿਬ ਦਾ, ਜਿਸ ਘਰ ਦੇ ਵਿੱਚ ਨਿਮਾਣੇ ਨੂੰ ਮਾਣ ਬਖਸ਼ਿਆ ਜਾਂਦਾ ਹੈ। ਇੱਕੋ ਇੱਕ ਘਰ ਹੈ। ਨਹੀਂ ਤਾਂ ਜਿਹੜਾ ਗੁਰੂ ਸੀ ਉਹ ਗੁਰੂ ਹੀ ਰਿਹਾ, ਜਿਹੜਾ ਚੇਲਾ ਸੀ ਉਹ ਚੇਲਾ ਹੀ ਰਿਹਾ। ਔਰ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਜਿਹੜਾ ਚੇਲਾ ਸੀ ਉਹ ਵੀ ਗੁਰੂ ਬਣ ਗਿਆ, ਔਰ ਜਿਹੜਾ ਗੁਰੂ ਸੀ ਉਹ ਵੀ ਚੇਲਾ ਬਣ ਕੇ ਮੱਥਾ ਟੇਕਦਾ ਪਿਆ ਹੈ, ਮੱਥਾ ਟੇਕਦਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਸਾਲਸ ਰਾਏ ਇਹ ਦਾਤ ਚਾਹੀਦੀ ਹੈ, ਚਾਹੀਦੀ ਹੈ ਇਹ ਦਾਤ? ਹਾਂ ਮਹਾਰਾਜ ਚਾਹੀਦੀ ਹੈ, ਕਿਉਂਕਿ ਜੇ ਕਿਧਰੇ ਇਹ ਦਾਤ ਨਹੀਂ ਪ੍ਰਾਪਤ ਹੋਈ तो समझ लेना फिर सुन्ने घर का पाहुणा जो आवे त्यों जाए, फिर आना ना आना इक्को वर्गा है, इक्को वर्गा है। इत्थे मैं एक छोटा जिहा ख्याल आप जी के सामने हो रखा। गुरु गोबिंद सिंह महाराज कहते ने, भाई नंद लाल राती मैं कुछ आवाज़ सुनता पिया सी इस पासे तो जिस पासे तुसी बैठे सी। आवाज़ किस दी सी? भाई साहब जी हंस पे कहन लगे, महाराज आप जी उत्थे आए तो सी, मैनूं पता है, और आप जी नूं खबर भी है कि वो आवाज़ किस दी सी। मेरे अंदरों होके निकलते पे सी, तेरे प्यार विच, तेरी तड़फन दे विच। इतना प्यार, इतनी मोहब्बत? हाँ महाराज इतनी मोहब्बत। तो मैनू कारण दस, इतनी मोहब्बत क्यों हुई है? तो भाई साहब जी कहन लगे, हवाए बंदगी आवुर्द दर वजूद मरा, वगरना जो कुछ नहीं आमदन नाबूद मरा। तेरे दर्शनां दी प्यास मैनू खिंच के लियाई, हवाए बंदगी आवुर्द दर वजूद मरा। इस संसार विच आउण दा इक्को एक मकसद है, बंदगी दी तड़फन, तेरे दर्शनां दी तड़फन। नहीं तो मैनू इस रूहे जमे ते आउण दी लोड़ ही की सी, क्योंकि मैं पशु जीवन विच भी खांदा ही रहा, मैं पशु जीवन विच भी संतान पैदा करदा ही रहा, पशु जीवन फिर आना बेअर्थ है। गुरु नानक साहिब महाराज कहते ने, ऐ सालस राय दात चाहिदी है, कदर है इस दात दी? महाराज चाहिदी है। चंगा फिर अपने नौकर नूं मत्था टेक के नौकर तो दात ले ले। मैं फिर अर्ज करा, ध्यान दे नाल सुनना, क्योंकि पहला दात तेरा नौकर ले गया, हुण तैनूं दात चाहिदी है ते तू नौकर नूं मत्था टेक दात ले ले। हुण किहड़ा ऐसा मालिक है जो नौकर नूं मत्था टेकेगा? मैं इस करके कई बार अर्ज करना कि आप जी दे घर दे विच जिहड़ी नौकरानी है, जिहड़ी माई है, उहदे नाल भी अदब नाल बोलना, गल करना। हो सकदा है बंदगी उहदे कोल वाधू होवे आप जी तो, हो सकदा है धन आप जी दे कोल वाधू हो सकता है, धर्म उहदे कोल वाधू हो सकता है, दुनिया दे पदार्थ आप जी दे कोल वाधू हो सकते ने, पर हो सकता है परमात्मा दे विच वो साडे तो अगे होवे, अगे। असीं जदों कई बार कथा करन जांदे हां, दूर दूर दा सफ़र हुंदा है, किधरे 1000 किलोमीटर 1200 किलोमीटर गड्डी ते ही जाना हुंदा है,
तो असी मई नूं भी कह देने तुसीं अरदास करना कि असी सही सलामत आ जाइए, अरदास करना। तो सालस राय की कहता है, कहता है महाराज आप जी ने कहा कि इस नौकर नूं मत्था टेको, जे दात चाहिदी है तो नौकर नूं मत्था टेको। महाराज मैनू दात चाहिदी है, जे किधरे तुसी अज ये भी कह देंदे कि नौकर दे घर दे कुत्ते नूं मत्था टेको, मैं उत्थे भी अज मत्था टेक देना सी, क्योंकि मैनू दात चाहिदी है, नाम दी दात चाहिए। गुरु नानक साहिब महाराज कहन लगे, पुरखा निहाल निहाल निहाल। हुण मैं अर्ज करां, प्रभु तू ये दात मंगनी है, कर किरपा तेरे गुण गावां। क्योंकि गुण गाउंदियां गाउंदियां जपदियां जपदियां आप जी नूं खुद नूं ये खबर होवेगी कि मैं कौन हाँ, मैं कौन। जे अज किधरे मैं आप जी नूं पुछां तुसीं कौन हो, किसी ने कहना मैं इस्त्री हाँ, किसी ने कहना मैं पुरुष हाँ, किसी ने कहना मैं धनवान हाँ, किसी ने कहना मैं गरीब हाँ, किसी ने कुछ कहना, किसी ने कुछ कहना। लेकिन नहीं, ना कोई स्त्री है, ना कोई पुरुष है, ना कोई धनी है, ना कोई गरीब है, ना कोई अमीर है, फिर की है। कबीर साहब कहते ने, कहो कबीर एह राम की अंश। फिर तुसी परमात्मा होए कि नहीं होए। उसी दी जोत आप जी दे अंदर है, वो वखरी गल है, असी भुल गए हाँ, भुल गए। हुण कौन जगाएगा? जगाउण वास्ते कोई जोत चाहिए है। तो गुरु नानक साहिब के घर विच वो जोत की है कि जो परमात्मा है, जोत रूप विच परमात्मा है, और वही परमात्मा जो जोत रूप विच परमात्मा है, वो शब्द रूप विच गुरु है। जो शब्द रूप विच गुरु है, वो जोत रूप विच परमात्मा है। नो एनी डिफरेंस बिटवीन गॉड एंड गुरु, कुछ भी फर्क नहीं है। गुरु परमेश्वर एक हो जान, एक ही है। हुण थोड़ा जिहा ध्यान देना, जे किधरे मैं आप जी नूं कह देवां तुसीं सूरज वल तको, आप जी ने कहना ज्ञानी जी नहीं देखा जाएगा, किसी भी कीमत पे नहीं देखा जाएगा। क्यों? क्योंकि सूरज का जिहड़ा प्रकाश है वो इतना विशाल है, इतना विशाल है कि साड़ियाँ छोटियाँ छोटियाँ अखां उसनों कबूल नहीं कर पादियां। फिर जे किधरे कहा जाए कि इस सूरज के अक्ष नूं आप जी दर्पण विच वेखो, नहीं देख पाओगे। आप जी नूं कहा जाए बाल्टी पानी दी भर के सूरज के अक्ष नूं वेखो, गुस्ताखी माफ, उत्थे भी नहीं देख पाओगे, उत्थे भी नहीं देख पाओगे।